ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਧੰਨ ਸ੍ਰੀ ਜਪਜੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਅੱਜ ਦਾਸ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਸ ਦੇ ਉੱਪਰ ਆਪਣੀ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਕਿ ਪਰਮੇਸ਼ਰ ਸਰਬ ਵਿਆਪਕ ਹੈ, ਇਸੇ ਤਰ੍ਹਾਂ ਪਰਮੇਸ਼ਰ ਦਾ ਜਿਹੜਾ ਹੁਕਮ ਹੈ ਨਾ, ਉਹ ਵੀ ਸਰਬ ਵਿਆਪਕ ਹੁੰਦਾ ਹੈਗਾ। ਸੋ ਹੁਕਮ ਤੋਂ ਭਾਵ ਕੀ ਹੈ ਕਿ ਹੁਕਮ ਤੋਂ ਭਾਵ ਇਹ ਹੈ ਕਿ ਉਹ ਸੱਚਾ ਫਰਮਾਨ ਜਿਹੜਾ ਜੀਵ ਦੇ ਨਾਲ ਆਦ ਜਗਾਦ ਤੋਂ ਚੱਲਿਆ ਆ ਰਿਹਾ ਹੈ, ਜਦੋਂ ਤਾਂ ਇਹ ਜੀਵ ਦੀ ਉਤਪਤੀ ਹੋਈ ਹੈ। ਸੋ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਕਿਹਾ ਹੈ ਕਿ ਜਿਹੜਾ ਅਸਲ ਦੇ ਵਿੱਚ ਜੋ ਹੁਕਮ ਆ ਨਾ, ਉਹ ਹੁਕਮ ਪਰਮੇਸ਼ਰ ਦਾ ਆਪਣਾ ਫਰਮਾਨ ਹੁੰਦਾ ਹੈਗਾ, ਜੋ ਸਰਬ ਵਿਆਪਕ ਹੁੰਦਾ ਹੈ। ਸੋ ਇਸੇ ਕਰਕੇ ਸਾਨੂੰ ਗੁਰਬਾਣੀ ਦੇ ਵਿੱਚੋਂ ਅਗਰ ਖੋਜ ਦੁਆਰਾ ਸਾਨੂੰ ਇਸ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਜਾਂ ਕੁਛ ਤਿਲ ਮਾਤਰ ਸਮਝ ਆਉਂਦੀ ਹੈ, ਸੋ ਸਾਨੂੰ ਬਾਣੀ ਕਹਿੰਦੀ ਹੈ ਕਿ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਕਹਿੰਦੇ ਗੁਰੂ ਸਾਹਿਬ ਨੇ ਸਾਨੂੰ ਇਹ ਚੀਜ਼ ਬੁਝਾ ਦਿੱਤੀ ਹੈ, सूझ कराती है, ज्ञान कराती है कि है कि एको नाम हुक्म है कि केवल वाहिगुरु जी का नाम जपना ही हुक्म हैगा। परमेश्वर का नाम जपना ये हुक्म हैगा, ये जीव दे नाल चलिया आ रहा हैगा, क्योंकि नाम तो बिना इस जीव की वंद खलासी नहीं है। इस नाम ने ही सानू इस संसार तो ਜਾਂ ਇਸ ਮਾਰਗ ਤੋਂ ਇਸ ਜੀਵ ਆਤਮਾ ਨੂੰ ਉਸ ਬ੍ਰਹਮ ਤੱਕ ਪਹੁੰਚਾਉਣਾ ਹੈਗਾ। ਕੱਲਾ ਪਹੁੰਚਾਉਣਾ ਨਹੀਂ ਆ, ਉਸ ਵਾਹਿਗੁਰੂ ਦੀ ਸ਼ਕਤੀ ਦੇ ਨਾਲ ਅਭੇਦ ਕਰਨਾ ਹੈਗਾ, ਲੀਨ ਕਰਨਾ ਹੈਗਾ। ਸੋ ਇਹ ਕੇਵਲ ਤੇ ਕੇਵਲ ਨਾਮ ਜਪ ਦੀ ਕਮਾਈ ਦੇ ਨਾਲ ਹੋ ਸਕਦਾ ਹੈਗਾ। ਸੋ ਅਸਲ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਅਗਰ ਮਹਾਂਪੁਰਖਾਂ ਦੀ ਸੰਗਤ ਕਰਕੇ ਸਾਨੂੰ ਥੋੜ੍ਹਾ ਜਿਹਾ ਅਗਰ ਗਿਆਨ ਮਿਲਦਾ ਹੈ ਉਹਦੇ ਬਾਰੇ, ਤੇ ਮਹਾਂਪੁਰਖ ਦੱਸਦੇ ਆ ਕਿ ਜਿਹੜਾ ਅਸਲ ਦੇ ਵਿੱਚ ਨਾਮ ਕੀ ਹੈ, ਉਹ ਨਾਮ ਉਹ ਚੀਜ਼ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਚੀਜ਼ ਜਿਹੜੀ ਪ੍ਰਪੰਚ ਰਹਿਤ ਹੈ, ਜਿਹਦੇ ਵਿੱਚ ਕੋਈ ਪ੍ਰਪੰਚ ਨਹੀਂ ਹੈ, ਕੋਈ ਭੇਖ ਨਹੀਂ ਹੈ, ਕੋਈ ਦਿਖਾਵਾ ਨਹੀਂ ਹੈ। ਦੂਸਰਾ ਨਾਮ ਹੁੰਦਾ ਹੈ ਬਿਮਾਰੀ ਰਹਿਤ। ਤੀਸਰਾ ਕੀ ਹੈ ਕਿ ਨਾਮ ਹੁੰਦਾ ਹੈ ਮੌਤ ਰਹਿਤ। ਚੌਥਾ ਨਾਮ ਹੁੰਦਾ ਹੈ ਚਿੰਤਾ ਰਹਿਤ। ਇਸੇ ਤਰ੍ਹਾਂ ਨਾਮ ਜਿਹੜਾ ਹੈ ਉਹ ਸਦਾ ਦਾ ਖੇੜਾ ਹੈ, ਆਨੰਦ ਸਰੂਪ ਹੈ। ਨਾਮ ਹੋਮੇ ਰਾਤ ਹੈ। ਨਾਮ ਤੋਂ ਭਾਵ ਕੀ ਹੈ? ਮਾਲੋ ਮਾਲ ਹੋਣਾ। ਨਾਮ ਪਰਉਪਕਾਰਤਾ ਦਾ ਚਿੰਨ੍ਹ ਹੈਗਾ। ਨਾਮ ਤੋਂ ਭਾਵ ਹੈ ਲੋਕ ਪਰਲੋਕ ਦਾ ਸਹੇਲਾ ਹੋਣਾ। ਨਾਮ ਤੋਂ ਭਾਵ ਹੈ ਬੇਪਰਵਾਹੀ, ਅਤੇ ਨਾਮ ਤੋਂ ਭਾਵ ਹੈ ਭੈ ਤੋਂ ਰਹਿਤ ਜੀਵਨ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹਨ, ਇਹ ਨਾਮ ਦੇ ਨਾਲ ਜੁੜੀਆਂ ਜਾਂ ਨਾਮ ਦੇ ਵਿੱਚੋਂ ਪ੍ਰਗਟ ਹੁੰਦੀਆਂ ਹੈ। ਸੋ ਭਾਵ ਕੀ ਹੈ ਕਿ ਨਾਮ ਪਰਮੇਸ਼ਰ ਦਾ ਆਪਣਾ ਸਰੂਪ ਹੈ, ਅਤੇ ਨਾਮੀ ਉਹ ਹੈਗਾ ਜਿਹੜਾ ਵਾਹਿਗੁਰੂ ਜੀ ਦੇ ਨਾਲ ਜੁੜ ਜਾਂਦਾ ਹੈਗਾ। ਸੋ ਵਾਹਿਗੁਰੂ ਜੀ ਜਿਹੜੇ ਸਰਬ ਵਿਆਪਕ ਹੈ, ਇਸ ਕਰਕੇ ਪਰਮਾਤਮਾ ਦਾ ਜਿਹੜਾ ਹੁਕਮ ਹੈ ਨਾ, ਉਹ ਸਰਬ ਵਿਆਪਕ ਹੈਗਾ ਹੈ। ਪਰ ਗੱਲ ਇੱਕ ਹੈਗੀ ਆ ਕਿ ਇਨਸਾਨ ਜਿਉਂ-ਜਿਉਂ ਵਾਹਿਗੁਰੂ ਜੀ ਦੇ ਨਾਲ ਜੁੜਦਾ ਹੈ ਨਾ, ਤਾਂ ਉਹ ਜੁੜਨ ਦੇ ਨਾਲ ਉਹਨੂੰ ਇਹ ਸਾਰੀ ਚੀਜ਼ ਦੀ ਸੋਝੀ ਹੋ ਜਾਂਦੀ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਵਾਹਿਗੁਰੂ ਨੂੰ ਹਾਜ਼ਰ ਹਜ਼ੂਰ ਸਮਝਣ ਵਾਲਾ ਜਿਹੜਾ ਹੈ ਨਾ ਵਿਅਕਤੀ ਹੈਗਾ, ਉਹਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਆ। ਅਤੇ ਜਦ ਕਿਰਪਾ ਹੁੰਦੀ ਆ ਹਾਜ਼ਰ ਹਜ਼ੂਰ ਸਮਝਣ ਨਾਲ ਪਰਮੇਸ਼ਰ ਨੂੰ, ਅਤੇ ਕਿਰਪਾ ਦੇ ਸਦਕੇ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਭੈ ਬਣਦਾ ਹੈਗਾ। ਜਦ ਵਾਹਿਗੁਰੂ ਜੀ ਦਾ ਭੈ ਅੰਦਰ ਪ੍ਰਗਟ ਹੋ ਜਾਂਦਾ ਹੈਗਾ, ਅਤੇ ਇਹ ਜਿਹੜਾ ਨਾ ਵਾਹਿਗੁਰੂ ਜੀ ਦਾ ਭੈ ਅੰਦਰ ਬਣਦਾ ਹੈਗਾ, ਇਹ ਭੈ ਸੰਸਾਰੀ ਭੈ ਨੂੰ ਕੱਟਦਾ ਹੈਗਾ। ਭਾਵ ਕਿ ਇਹ ਸੰਸਾਰੀ ਭੈ ਮੁਕਤ ਹੋ ਜਾਂਦਾ ਹੈਗਾ। ਅਤੇ ਜਦੋਂ ਵਾਹਿਗੁਰੂ ਜੀ ਦਾ ਭੈ ਬਣਦਾ, ਵਾਹਿਗੁਰੂ ਜੀ ਦੇ ਭੈ ਦੇ ਵਿੱਚ ਤੁਰਨ ਕਰਕੇ, ਰਹਿਣ ਕਰਕੇ ਫਿਰ ਹੁਕਮ ਦੀ ਸੋਝੀ ਆਉਂਦੀ ਆ। ਅਤੇ ਜਦੋਂ ਹੁਕਮ ਦੀ ਸੋਝੀ ਆਉਂਦੀ ਆ, ਫਿਰ ਜਦੋਂ ਇਨਸਾਨ ਹੁਕਮ ਕਮਾਉਂਦਾ ਹੈਗਾ, ਤਾਂ ਫਿਰ ਉਹਨੂੰ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਆ। ਇਸੇ ਕਰਕੇ ਹੁਕਮ ਤੋਂ ਭਾਵ ਹੈਗਾ ਕਿ ਕੇਵਲ ਤਾਂ ਕੇਵਲ ਇੱਕੋ ਪਰਮਾਤਮਾ ਦਾ ਨਾਮ ਜਪਣਾ, ਜੋ ਸਭ ਦਾ ਮੂਲ ਹੈ, ਸਭ ਦਾ ਸ੍ਰੇਸ਼ਟ ਹੈ, ਸਭ ਦਾ ਸੋਮਾ ਹੈਗਾ। ਸੋ ਇਹ ਜਿਹੜਾ ਹੈ ਨਾ ਵਾਹਿਗੁਰੂ ਦਾ ਜਿਹੜਾ ਰਜਾ ਦਾ ਮਾਲਕ ਪਰਮੇਸ਼ਰ ਹੈਗਾ, ਇਹ ਰਜਾ ਦੇ ਮਾਲਕ ਜਿਹੜਾ ਹੈ ਨਾ ਵਾਹਿਗੁਰੂ ਜੀ ਹੈ, ਉਹਦੇ ਹੁਕਮ ਵਿੱਚ ਚੱਲਣਾ ਇਹ ਇੱਕ ਵਿਧੀ ਹੈਗੀ ਆ,
ਇਹ ਵਿਧੀ ਜਿਹੜੀ ਹੈਗੀ ਆ ਇਹ ਸੰਸਾਰ ਰਚਨਾ ਦੇ ਸਮੇਂ ਤੋਂ ਹੀ ਜੀਵ ਦੇ ਨਾਲ ਲਿਖੀ ਹੋਈ ਹੈ। ਇਹਨੂੰ ਬਾਣੀ ਨੇ ਕਿਹਾ ਹੈ ਕਿ ਨਾਨਕ ਲਿਖਿਆ ਨਾਲ, ਇਹ ਤੇਰੇ ਨਾਲ ਲਿਖ ਦਿੱਤਾ ਹੈਗਾ ਕਿ ਤੈਨੂੰ ਨਾਮ ਜਪਣਾ ਹੀ ਪੈਣਾ ਹੈ। ਨਾਮ ਜਪਣ ਤੋਂ ਬਗੈਰ ਤੇਰੀ ਵੰਦ ਖਲਾਸੀ ਨਹੀਂ ਹੋਣੀ ਹੈ। ਸੋ ਇਹ ਜਿਹੜਾ ਨਾਮ ਜਪਣਾ ਨਾ ਪਹਿਲੇ ਇਹਦੀ ਸੋਝੀ ਨਹੀਂ ਆਉਂਦੀ, ਪਰ ਸਮਾਂ ਪਾ ਕੇ ਜਦੋਂ ਇਹਦੀ ਸੋਝੀ ਆਉਂਦੀ ਹੈਗੀ ਤਾਂ ਫਿਰ ਸਾਰੇ ਭੁਲੇਖੇ ਦੂਰ ਹੋ ਜਾਂਦੇ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਕਬੀਰ ਜਾਂ ਕੋ ਖੋਜ ਤੇ ਪਾਇਓ ਸੋਈ ਠੌਰ, ਕਿ ਜਿਸ ਚੀਜ਼ ਦੀ ਖੋਜ ਕਰਦਾ ਸੀ ਨਾ ਜੀਵ, ਅਸਲ ਦੇ ਵਿੱਚ ਕੀ ਹੈ ਕਿ ਜੀਵ ਜਿਹੜਾ ਹੈ ਨਾ ਜਦ ਉਹਨੂੰ ਲੱਭ ਲੈਂਦਾ ਹੈਗਾ, ਉਹਦੇ ਟਿਕਾਣੇ ਨੂੰ ਜਾਣ ਲੈਂਦਾ ਹੈ, ਤਾਂ ਫਿਰ ਉਹਨੂੰ ਪਤਾ ਲੱਗਦਾ ਕਿ ਸੋਈ ਫਿਰ ਕੇ ਤੂੰ ਭਇਆ ਜਾਂ ਕੋ ਕਹਿਤਾ ਔਰ, ਕਿ ਅਸਲ ਦੇ ਵਿੱਚ ਉਹ ਕੀ ਹੈ, ਉਹ ਕੋਈ ਉਹਦੇ ਵਾਸਤੇ ਦੂਸਰੀ ਚੀਜ਼ ਨਹੀਂ ਹੈ, ਉਹ ਉਹਦਾ ਆਪਣਾ ਆਪ ਹੈ। ਜਦੋਂ ਜੀਵ ਨੂੰ ਆਪਣੇ ਆਪ ਦੀ ਸੋਝੀ ਆ ਜਾਂਦੀ ਹੈ ਨਾ, ਤਾਂ ਫਿਰ ਉਹਨੂੰ ਪਤਾ ਲੱਗ ਜਾਂਦਾ ਜੇ ਮੇਰਾ ਆਪਣਾ ਆਪ ਇਹ ਪਰਮੇਸ਼ਰ ਦੀ ਅੰਸ਼ ਹੈ। ਭਾਵ ਕੀ ਹੈ ਕਿ ਜੋ ਪਰਮਾਤਮਾ ਹੈ ਸੋ ਹੀ ਮੈਂ ਹੈ, ਸੋਹਿੰਗ ਦਾ ਰੂਪ ਹਾਂ ਪਰਮੇਸ਼ਰ ਦਾ। हाँ, सोहिंग तो है लेकिन परमात्मा वर्गा तो है, लेकिन परमात्मा मैं नहीं है, क्योंकि परमात्मा का वजूद जिहड़ा है ना, जब परमात्मा की झलक मेरे अंदर होने करके मैं जिहड़ा परमात्मा का रूप पासदा हैगा, लेकिन मैं वाहिगुरु नहीं है। वाहिगुरु जिहड़ा वो अपने आप दे विच एक महान हस्ती है, एक अचल है। वाहिगुरु जिहड़ा वो करता पुरख निरभौ निरवैर है, काल मूरत अजूनी सैभंग, ये गुण परमेशर विच है। लेकिन ये गुण परमेशर दे मेरे विच प्रगट हो जाते हैं जो वाहिगुरु जी मेरे नाल जुड़ते आ, जां मेरे नाल किरपा करते आ, जां मैनू अपना आप अपना जो प्रीत भरिया स्वरूप हैगा वाहिगुरु जी वो बख्श दिंदे आ। जो सानूं हुण इस तरह की सोझी आ जाती आ, फिर थोड़ा जिहा सानूं पता लग जाता कि असल दे विच जिहड़ा नाम जपना है ये है तो बड़ा कठिन है, क्योंकि बाणी कहंदी कि आखण औखा साजा नओ। चाहे नाम जपना कठिन हैगा, पर फिर भी अंदर एक ना खिच बन जाती है, एक उत्साह हो जाता जो सानूं ये सारे भेद जिहड़े ना साडे अंदर खुल्लण लग पैंदे। सानूं पता लग जाता कि हरेक चीज़ का करता धरता परमेश्वर वा। ये परमेश्वर ने जो भी ब्रह्मंड 'च बनाया है ना, ये अपने जीवां वास्ते बनाया हैगा। सो वाहिगुरु जी हरेक जीव नूं अपना वर्गा बना के इस पूरे ब्रह्मंड के खजानिਆਂ ਦਾ मालक बनाना चाहता हैगा, अपना स्वरूप बख्शना चाहता हैगा। जिवें वाहिगुरु सदा अमरते टल है, जन्म मरण तो रहत हैगा, दुख सुख तो परे हैगे, अगाध शक्तियां दे मालक परमेश्वर आप आ। उन्हां दे हुक्म दे विच ही सारी रचना चल रही है। ਜਦੋਂ ਸਾਨੂੰ ਇਹ ਸਾਰੀਆਂ ਗੱਲਾਂ ਸਤਸੰਗ ਦੇ ਵਿੱਚੋਂ ਪਤਾ ਲੱਗਦਾ ਨਾ, ਫਿਰ ਮਨ ਦੇ ਵਿੱਚ ਇੱਕ ਉਤਸ਼ਾਹ ਜ਼ਰੂਰ ਜਗਦਾ। ਚਾਹੇ ਨਾਮ ਜਪਣਾ ਜ਼ਰੂਰ ਔਖਾ ਹੈਗਾ, ਪਰ ਫਿਰ ਵੀ ਸਾਨੂੰ ਸਤਸੰਗ ਦੇ ਵਿੱਚੋਂ ਪਤਾ ਲੱਗਦਾ ਹੈਗਾ ਕਿ ਅਸਲ ਦੇ ਵਿੱਚ ਨਾਮ ਜਿਹੜਾ ਹੈ ਨਾ ਉਹ 3 ਤਰੀਕਿਆਂ ਦੇ ਨਾਲ ਜਪਿਆ ਜਾਂਦਾ ਮੋਟੇ ਤੌਰ 'ਤੇ। ਪਹਿਲਾ ਕੀ ਆ, ਇੱਕ ਨਾਮ ਤਾਂ ਜਿਹੜਾ ਹੈ ਨਾ ਅਸੀਂ ਯਤਨ ਦੇ ਨਾਲ ਜਪਦੇ ਹਾਂ, ਕੋਸ਼ਿਸ਼ ਨਾਲ ਜਪਦੇ ਹਾਂ। ਇੱਕ ਨਾਮ ਜਿਹੜਾ ਯਤਨ ਤੇ ਕੋਸ਼ਿਸ਼ ਦੇ ਨਾਲ ਜਪਿਆ ਜਾਂਦਾ ਹੈ ਨਾ, ਪਹਿਲਾਂ ਤਾਂ ਇੱਕ ਇਹ ਪੜਾਅ ਬਣ ਜਾਂਦਾ ਹੈਗਾ। ਦੂਸਰਾ ਕੀ ਹੁੰਦਾ ਕਿ ਇੱਕ ਨਾਮ ਉਹ ਆ ਜਿਹੜਾ ਵਸਤੂ ਦੇ ਸਰੂਪ ਤੋਂ ਜਾਪਦਾ ਹੈਗਾ, ਕਿ ਭਾਈ ਜਿਵੇਂ ਦੇਖੋ ਕੋਈ ਨਾਮੀ ਹੈਗਾ ਜਿਹਨੇ ਨਾਮ ਜਪਿਆ ਹੈਗਾ, ਉਹਦੇ ਦਰਸ਼ਨ ਕੀਤਿਆਂ ਸਾਡੇ ਅੰਦਰ ਵੀ ਇੱਕ ਖੇੜਾ ਬਣ ਜਾਂਦਾ, ਕਿ ਚਾਹਤ ਬਣ ਜਾਂਦੀ ਆ ਕਿ ਅਸੀਂ ਵੀ ਇਹਦੇ ਵਰਗੇ ਹੋਈਏ, ਜਿਵੇਂ ਇਹਦਾ ਸਤਿਕਾਰ ਜਿਹੜਾ ਹੈ ਨਾ ਪੂਰੇ ਖੰਡ ਬ੍ਰਹਮੰਡਾਂ ਵਿੱਚ ਹੈ। ਇਹ ਵਿਅਕਤੀ ਜਿਹੜਾ ਹੈ ਨਾ ਬਹੁਤ ਮਹਾਨ ਹੈ, ਤੇਜ ਤਪਸਵੀ ਹੈਗਾ। ਇਹਦੇ ਇੱਕ ਵੀ ਬੋਲ ਦੇ ਉੱਤੇ ਇੰਨੀ ਮਹਾਨ ਫੁਰਨੇ ਦੇ ਵਿੱਚ ਤਾਕਤ ਹੈਗੀ ਆ ਕਿ ਇਹ ਕੁਛ ਵੀ ਕਰ ਸਕਦਾ ਹੈਗਾ। ਸੋ ਜਦੋਂ ਸਾਨੂੰ ਇਸ ਤਰ੍ਹਾਂ ਦੀ ਸੋਝੀ ਆ ਜਾਂਦੀ ਆ, ਤੇ ਫਿਰ ਅਸੀਂ ਉਹਦੇ ਵੱਲ ਦੇਖ ਕੇ ਉਹਦੇ ਪ੍ਰਭਾਵ ਕਰਕੇ ਸਾਡੇ ਅੰਦਰ ਫਿਰ ਖੇੜਾ ਜਿਹੜਾ ਐਟੋਮੈਟਿਕ ਬਣ ਜਾਂਦਾ ਹੈ। ਤੇ ਅੱਗੇ ਕੀ ਹੁੰਦਾ, ਇੱਕ ਨਾਮ ਉਹ ਆ ਜਿਹੜਾ ਸੂਰਜ ਦੇ ਪ੍ਰਕਾਸ਼ ਵਾਂਗੂ ਸੁੱਤੇ ਸਿੱਧ ਜਿਹੜਾ ਹੈ ਨਾ ਸਵਰਨ ਸਾਡੇ ਆਪਣੇ ਆਪ ਹੁੰਦਾ ਹੈਗਾ। ਜਿਵੇਂ ਸੂਰਜ ਹੈਗਾ, ਸੂਰਜ ਜਦੋਂ ਪ੍ਰਕਾਸ਼ ਕਰਦਾ ਹੈ ਨਾ ਉਹ ਸੁੱਤੇ ਸਿੱਧ ਹੀ ਕਰਦਾ ਹੈਗਾ। ਸੂਰਜ ਨੂੰ ਆਪਣੇ ਪ੍ਰਕਾਸ਼ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਯਤਨ, ਕੋਈ ਸੰਘਰਸ਼ ਨਹੀਂ ਕਰਨਾ ਪੈਂਦਾ, ਕਿਉਂਕਿ ਇਹ ਪ੍ਰਕਾਸ਼ ਉਹਦੇ ਅੰਦਰ ਸੁੱਤੇ ਸਿੱਧ ਹੀ ਹੁੰਦਾ ਹੈਗਾ। ਸੋ ਜਿਹੜੇ ਨਾਮ ਅਭਿਆਸੀ ਆ ਨਾ, ਉਹ ਸਮਾਂ ਪਾ ਕੇ ਉਹਨਾਂ ਦੇ ਅੰਦਰ ਜਿਹੜਾ ਨਾਮ ਜਪਣਾ ਸੁੱਤੇ ਸਿੱਧ ਹੀ ਜਿਹੜਾ ਹੈ ਨਾ ਉਹਨਾਂ ਦੇ ਅੰਦਰ ਪ੍ਰਗਟ ਹੋਣ ਲੱਗ ਪੈਂਦਾ ਹੈਗਾ। ਜੋ ਵਿਅਕਤੀ ਨਾਮ ਜਪਦਾ ਹੈਗਾ ਤੇ ਫਿਰ ਸਤਸੰਗ ਦੇ ਪ੍ਰਭਾਵ ਤੋਂ ਹੈ ਨਾ ਉਹਦੇ ਅੰਦਰ ਇੱਕ ਕਿਰਪਾ ਬਣਦੀ ਆ। ਉਹ ਕਿਰਪਾ ਕੀ ਹੁੰਦੀ ਆ, ਉਹ ਹੁੰਦੀ ਆ ਉਹਦੀ ਨਿਸ਼ਚੇ ਵਾਲੀ ਬੁੱਧੀ ਅੰਦਰ ਪ੍ਰਗਟ ਹੋਣ ਲੱਗ ਪੈਂਦੀ ਆ।
ਇਹ ਜਿਹੜੀ ਹੈ ਨਾ ਨਿਸ਼ਚੇ ਵਾਲੀ ਬੁੱਧੀ ਅੰਦਰ ਪ੍ਰਗਟ ਹੋ ਲੱਗ ਪੈਂਦੀ ਆ। ਵਾਹਿਗੁਰੂ ਦੇ ਵਿੱਚ ਉਹਦੀ ਜਿਹੜੀ ਕਿਰਪਾ ਦ੍ਰਿਸ਼ਟੀ ਹੈਗੀ ਅੰਦਰ ਝਲਕਣ ਲੱਗ ਪੈਂਦੀ ਹੈ। ਉਹਨੂੰ ਅਹਿਸਾਸ ਹੋਣ ਲੱਗ ਪੈਂਦਾ ਕਿ ਹਾਂ ਕੋਈ ਐਸੀ ਸ਼ਕਤੀ ਹੈਗੀ ਹੈ ਜਿਹੜੀ ਕੋਟ ਬ੍ਰਹਿਮੰਡ ਨੂੰ ਆਪ ਚਲਾਉਂਦੀ ਹੈਗੀ ਆ। ਉਹ ਅਦ੍ਰਿਸ਼ ਸ਼ਕਤੀ ਜਿਹੜੀ ਹੈ ਨਾ ਜਦ ਉਹਦੇ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੁੜ ਕੇ ਆਪਣਾ ਥੋੜ੍ਹਾ ਬਹੁਤਾ ਇਸ਼ਾਰਾ ਦਿੰਦੀ ਆ ਅਤੇ ਫਿਰ ਉਹਦੀ ਬੁੱਧੀ ਨਿਸ਼ਚੇ ਵਾਲੀ ਹੌਲੀ ਹੌਲੀ ਬਣਨ ਲੱਗ ਪੈਂਦੀ ਆ। ਜਦ ਬੁੱਧੀ ਨਿਸ਼ਚੇ ਵਾਲੀ ਬਣਦੀ ਆ ਅਤੇ ਇਹਨੂੰ ਆਮ ਤੌਰ 'ਤੇ ਅਸੀਂ ਹੈ ਨਾ ਅਮਰੀ ਅਕਲ ਆਖ ਦਿੰਦੇ ਹਾਂ। ਇਹ ਜਿਹੜੀ ਅਮਰੀ ਅਕਲ ਹੈਗੀ ਆ ਇਹ ਹੁੰਦੀ ਆ ਸਤਸੰਗ ਤੋਂ ਪ੍ਰਾਪਤ। ਪਰ ਹੌਲੀ ਹੌਲੀ ਅਸੀਂ ਜਿਉਂ ਨਾਮ ਜਪਦੇ ਸਾਨੂੰ ਇਹ ਸਮਝ ਆਉਣ ਲੱਗ ਪੈਂਦੀ ਆ ਕਿ ਇਹ ਪਰਮੇਸ਼ਰ ਜਿਹੜਾ ਨਿਰਗੁਣ ਰੂਪ ਹੈ, ਸਰਗੁਣ ਸਰੂਪ ਵੀ ਹੈਗੀ, ਇਹਦੀ ਸਮਝ ਅਸਲ ਦੇ ਵਿੱਚ ਮਨ ਕਰਕੇ ਨਹੀਂ ਹੁੰਦੀ, ਕਿਉਂਕਿ ਮਨ ਦੇ ਫੈਸਲੇ ਗਲਤ ਹੋ ਸਕਦੇ ਆ। ਸੋ ਪਰਮੇਸ਼ਰ ਦੀ ਅਸਲ ਸਮਝ ਆਤਮਾ ਕਰਕੇ ਹੁੰਦੀ ਹੈ, ਜਿਹਨੂੰ ਅਸੀਂ ਅਨੁਭਵ ਆਖ ਦਿੰਦੇ ਹਾਂ। ਇਹ ਜਿਹੜਾ ਅਨੁਭਵ ਅੱਖਰ ਹੈ ਨਾ, ਇਹਦਾ ਭਾਵ ਕੀ ਹੈਗਾ ਕਿ ਉਹ ਚੀਜ਼ ਜਿਹੜੀ ਤੁਸੀਂ ਆਪਣੇ ਨਾਲ ਮਾਣ ਸਕਦੇ ਆ, ਆਪਣੇ ਅੰਦਰ ਆਪਣੇ ਹਿਰਦੇ ਦੇ ਵਿੱਚ ਉਸ ਚੀਜ਼ ਨੂੰ ਜਾਣ ਸਕਦੇ ਹਾਂ, ਲੇਕਿਨ ਉਹਦੇ ਵਾਸਤੇ ਕੋਈ ਜਿਹੜਾ ਨਾ ਅੱਖਰ ਅਸੀਂ ਨਹੀਂ ਬਿਆਨ ਕਰ ਸਕਦੇ। ਸੋ ਜਿਹੜੀ ਚੀਜ਼ ਅਸੀਂ ਮੰਨਣ ਲੱਗ ਪੈਂਦੇ ਹਾਂ, ਇਹ ਜਿਹੜੀ ਮਾਣੀ ਹੋਈ ਚੀਜ਼ ਆ ਫਿਰ ਸਾਡੇ ਅੰਦਰ ਨਾ ਸਹਿਜ ਯੋਗ ਪੈਦਾ ਕਰ ਦਿੰਦੀ ਹੈ। ਇਹ ਜਿਹੜਾ ਸਹਿਜ ਯੋਗ ਕੀ ਹੁੰਦਾ ਹੈਗਾ ਕਿ ਇਹਦੇ ਨਾਲ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਯਤਨ ਨਹੀਂ ਕਰਨਾ ਪੈਂਦਾ, ਕਿਉਂਕਿ ਅਸੀਂ ਬਿਨਾਂ ਯਤਨ ਤੋਂ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਫਿਰ ਜੁੜੇ ਰਹਿੰਦੇ ਹਾਂ। ਜਦੋਂ ਅਸੀਂ ਜਿਨ੍ਹਾਂ ਯਤਨ ਤੋਂ ਪਰਮੇਸ਼ਰ ਨਾਲ ਜੁੜੇ ਰਹਿੰਦੇ ਹਾਂ ਅਤੇ ਫਿਰ ਸਮਾਂ ਪਾ ਕੇ ਸਾਡੀ ਸੁਰਤ ਜਦ ਉਸ ਸ਼ਬਦ ਦੇ ਵਿੱਚ ਟਿਕ ਜਾਂਦੀ ਹੈ ਅਤੇ ਫਿਰ ਸਮਾਂ ਪਾ ਕੇ ਇਹ ਹੈ ਨਾ ਲਿਵਲੀਨ ਹੋ ਜਾਂਦੀ ਹੈ। ਜਦ ਲਿਵਲੀਨ ਹੁੰਦੀ ਹੈ ਨਾ ਤਾਂ ਫਿਰ ਸਾਨੂੰ ਇਸ ਗੱਲ ਦਾ ਇਲਮ ਹੋ ਜਾਂਦਾ ਹੈਗਾ ਕਿ ਜੋ ਪਰਮੇਸ਼ਰ ਦਾ ਫਰਮਾਨ ਹੈਗਾ, ਹੁਕਮ ਹੈਗਾ, ਉਹ ਹੁਕਮ ਨੂੰ ਅਸੀਂ ਆਪਣੇ ਖਿਹੜੇ ਮੱਥੇ ਉਸੇ ਫਰਮਾਨ ਦੇ ਉੱਪਰ ਆਪਣੇ ਜੀਵਨ ਨੂੰ ਚਲਾਉਂਦੇ ਹਾਂ। ਅਤੇ ਜਿਬ ਹੁਕਮ ਤਿਵੇਂ ਤਿਵਕਾਰ, ਜਿਵੇਂ ਉਸ ਦਾ ਹੁਕਮ ਹੁੰਦਾ ਉਸੇ ਤਰ੍ਹਾਂ ਦੇ ਜੀਵ ਕੰਮ ਕਰਦੇ ਆ। ਅਤੇ ਇਹ ਜਿਹੜੇ ਜੀਵ ਹੁਕਮ ਤੋਂ ਬਾਹਰਾਂ ਕੰਮ ਕਰਦੇ ਆ, ਫਿਰ ਸਾਨੂੰ ਜਦ ਫਰਮਾਨ ਹੁੰਦਾ ਹੈ ਕਿ ਇਹਨਾਂ ਜੀਵਾਂ ਦਾ ਭਲਾ ਕਰਨ ਵਾਸਤੇ ਇਹਨਾਂ ਦੇ ਨਾਲ ਤੁਸੀਂ ਸੰਗਤ ਕਰੋ, ਇਹਨਾਂ ਨੂੰ ਕਰਾਹਿਆਂ ਨੂੰ ਸਿੱਧੇ ਰਸਤੇ ਪਾਓ, ਇਹ ਫਿਰ ਸਾਰੇ ਯਤਨ ਜਿਹੜੇ ਹਨ ਇਹ ਆਰੰਭ ਹੋਣੇ ਸ਼ੁਰੂ ਹੋ ਜਾਂਦੇ ਆ। ਪਰ ਆਮ ਕਰਕੇ ਇੱਥੇ ਇੱਕ ਜ਼ਿਕਰ ਜ਼ਰੂਰੀ ਹੈਗਾ ਕਿ ਜਿਹੜੇ ਹੁਕਮੀ ਬੰਦੇ ਹੋ ਜਾਂਦੇ ਆ, ਜਿਹੜੇ ਪੂਰਨ ਤੌਰ 'ਤੇ ਪਰਮੇਸ਼ਰ ਨੂੰ ਸਮਰਪਿਤ ਹੋ ਜਾਂਦੇ ਆ ਨਾਮ ਜਪ ਕੇ। ਜਦ ਨਾਮ ਜਪ ਕੇ ਜਿਹੜੇ ਬੰਦੇ ਹੁਕਮੀ ਬਣ ਜਾਂਦੇ ਆ ਅਤੇ ਹੁਕਮੀ ਬੰਦਿਆਂ ਦੇ ਅੱਗੇ ਜਿਹੜੇ ਚਾਰ ਪਦਾਰਥਾਂ ਨਾਲ ਉਹ ਹਮੇਸ਼ਾ ਹੱਥ ਜੋੜ ਕੇ ਖੜ੍ਹੇ ਰਹਿੰਦੇ ਆ। ਬਸ ਦੂਸਰੀ ਗੱਲ ਇੱਕ ਇਹ ਵੀ ਯਾਦ ਰੱਖਣ ਵਾਲੀ ਹੈ ਕਿ ਇੱਕ ਹੁਕਮ ਹੈ ਅਤੇ ਦੂਸਰੇ ਜਿਹੜੇ ਹੈ ਹੁਕਮੀ ਜੀਵ ਹੈਗਾ। ਜਦੋਂ ਹੁਕਮ ਅਤੇ ਹੁਕਮੀ ਜੀਵ ਦੋਨੋਂ ਮਿਲ ਕੇ ਕਿਸੇ ਵਿਸ਼ੇਸ਼ ਕਾਰਜ ਨੂੰ ਸਿੱਧ ਕਰਨਾ ਚਾਹੁਣ ਤਾਂ ਫਿਰ ਉਹਨੂੰ ਅਸੀਂ ਹੈ ਨਾ ਭਾਣਾ ਆਖ ਦਿੰਦੇ ਹਾਂ। ਇਹ ਜਿਹੜਾ ਭਾਣਾ ਹੈਗਾ ਹੈ ਨਾ, ਇਹ ਹੁਕਮ ਤੋਂ ਵੀ ਇੱਕ ਉੱਪਰ ਦੀ ਖੇਡ ਹੈਗੀ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਪਰਮੇਸ਼ਰ ਜਿਹੜਾ ਜੋ ਅਕਾਲ ਸ਼ਕਤੀ ਹੈਗੀ, ਜੋ ਸਦਾ ਸਲਾਮਤ ਹੈਗੀ ਆ, ਉਹ ਜੀਵ ਨੂੰ ਕਿਸ ਢੰਗ ਦੇ ਨਾਲ ਚਲਾਉਂਦੀ ਹੈਗੀ ਆ। ਇਹ ਸਾਰੀ ਕਿਰਿਆ ਜਿਹੜੀ ਹੈ ਨਾ ਅਸਲ ਦੇ ਵਿੱਚ ਹੁਕਮ ਦੇ ਨਾਲ ਜਦ ਜੀਵ ਜੁੜਦਾ ਹੈ, ਜਦੋਂ ਉਹਨੂੰ ਹੁਕਮ ਦੀ ਸੋਝੀ ਆ ਜਾਂਦੀ ਹੈ, ਜਦ ਸੋਝੀ ਆ ਗਈ ਤਾਂ ਫਿਰ ਜੀਵ ਹੁਕਮ ਦੇ ਨਾਲ ਜੁੜ ਗਿਆ, ਤੁਰ ਪਿਆ, ਫਿਰ ਉਹ ਵਾਹਿਗੁਰੂ ਜੀ ਦੀਆਂ ਸਾਰੀਆਂ ਖੁਸ਼ੀਆਂ ਜਿਹੜੀਆਂ ਹਨ ਉਹ ਪ੍ਰਾਪਤ ਕਰ ਸਕਦਾ ਹੈਗਾ। ਪਰ ਅਗਰ ਅਸੀਂ ਸੰਸਾਰੀ ਜੀਵ ਦੇਖ ਲਈਏ ਕਿ ਜਿਹੜੇ ਆਪਣੇ ਸਵਾਸਾਂ ਦੇ ਖਾਤਰ ਜਿਹੜੇ ਸੰਸਾਰੀ ਲੋਕ ਹੈਗੇ ਆ, ਉਹ ਹੁਕਮ ਬੁੱਝਣ ਦੀ ਜਗ੍ਹਾ ਵਾਹਿਗੁਰੂ ਦੀਆਂ ਜਿਹੜੀਆਂ ਦਾਤਾਂ ਹੈਗੀਆਂ ਉਹ ਦਾਤਾਂ ਨੂੰ ਬੁੱਝਣ ਦੇ ਵਿੱਚ ਹੀ ਖਰਚ ਕਰ ਦਿੰਦੇ ਆ। ਜਿਵੇਂ ਅਸੀਂ ਦੇਖਦੇ ਹਾਂ ਕਿ ਵਪਾਰੀ ਵਰਗ ਦੇ ਅੰਦਰ ਅਗਰ ਕੋਈ ਰਤਨਾਂ ਦਾ ਪਾਰਖੂ ਹੋਵੇ, ਜਿਹੜੇ ਹੀਰੇ ਜਵਾਹਰਾਤਾਂ ਨੂੰ ਪਰਖ ਕਰ ਸਕਦਾ ਹੋਵੇ, ਲੇਕਿਨ ਉਹ ਇੰਨਾ ਪਾਰਖੂ ਵੀ ਬਣ ਜਾਵੇ ਪਰ ਉਹ ਆਪਣਾ ਜਿਹੜਾ ਹੈ ਨਾ ਰਤਨ ਜਨਮ ਹੈਗਾ ਇਸ ਨੂੰ ਸਾਰੀ ਉਮਰ ਜਾਣ ਨਹੀਂ ਸਕਿਆ, ਇਸ ਕਰਕੇ ਉਹ ਵਾਹਿਗੁਰੂ ਜੀ ਦੀ ਖੁਸ਼ੀ ਤੋਂ ਵਾਂਝਾ ਰਹਿ ਜਾਂਦਾ ਹੈ। ਦੂਸਰਾ ਕੀ ਹੈ, ਅਸੀਂ ਥੋੜ੍ਹਾ ਜਿਹਾ ਅਗਰ ਸਾਹਿਤ ਦੇ ਖੇਤਰ ਦੇ ਵਿੱਚ ਵੀ ਦੇਖੀਏ ਕਿ ਅਗਰ ਕੋਈ ਇੰਨਾ ਲਿਖਾਰੀ ਹੋਵੇ ਕਿ ਉਹ ਲਿਖਦਾ ਚਤਰਗੁਪਤ ਵੀ ਬਣ ਜਾਵੇ, ਪਰ ਫਿਰ ਵੀ ਉਹ ਜਨਮ ਮਰਨ ਜਿਹੜਾ ਹੈ ਨਾ ਇਹਦੀ ਸ਼ੰਕਾ ਨੂੰ ਮਿਟਾ ਨਹੀਂ ਸਕਿਆ। ਅਤੇ ਜਿਹੜੇ ਬੰਦੇ ਜਨਮ ਮਰਨ ਦੀ ਸ਼ੰਕਾ ਸਹਿਮ ਨੂੰ ਮਿਟਾ ਨਹੀਂ ਸਕੇ, ਸਾਰੀ ਉਮਰ ਲਿਖ ਕੇ ਉਹਨਾਂ ਨੇ ਕਿਤਾਬਾਂ ਭਰ ਦਿੱਤੀਆਂ ਚਤਰਗੁਪਤ ਵਾਂਗੂ, ਉਹਨਾਂ ਨੇ ਇਹ ਸਾਰੀ ਖੇਡ ਜਿਹੜੀ ਸੰਸਾਰ ਦੇ ਵਿੱਚ ਖੇਡੀ ਹੈਗੀ ਆ। ਪਰ ਅਗਰ ਜਨਮ ਮਰਨ ਦੀ ਸ਼ੰਕਾ ਨੂੰ ਨਹੀਂ ਮਿਟਾ ਸਕੇ, ਜਨਮ ਮਰਨ ਦੇ ਗੇੜ ਦੇ ਵਿੱਚ ਹੀ ਫਸਿਆ ਰਹੇ, ਤਾਂ ਵੀ ਉਹ ਪਰਮੇਸ਼ਰ ਦੀ ਖੁਸ਼ੀ ਤੋਂ ਅਵੇਸਲੇ ਰਹਿ ਜਾਂਦੇ ਆ। ਜਾਂ ਇਸੇ ਤਰ੍ਹਾਂ ਅਸੀਂ ਹੋਰ ਵੀ ਦੇਖਦੇ ਹਾਂ ਕਿ ਯੋਧੇ ਆ
ਵੱਡੇ ਵੱਡੇ ਧੁਨਸ਼ਧਾਰੀ ਹੋਏ ਆ। ਇਹੋ ਜਿਹੜੇ ਧੁਨਸ਼ਧਾਰੀ ਆ, ਜਿਹੜਿਆਂ ਨੂੰ ਆਪਣੀ ਧੁਨਸ਼ ਦੇ, ਆਪਣੇ ਤੀਰਾਂ ਦੇ ਵਲ ਦੇ ਉੱਤੇ ਨਾ ਮਾਣ ਸੀਗਾ, ਪਰ ਫਿਰ ਵੀ ਉਹ ਇਸ ਮਾਣ ਦੇ ਵਿੱਚ ਆਪਣੀ ਜਿਹੜੀ ਹਉਮੈ ਹੈਗੀ ਹੈ ਨਾ, ਇਸ ਹਉਮੈ ਨੂੰ ਮਾਰ ਨਹੀਂ ਸਕੇ। ਸਮਾਂ ਇਸੇ ਧੁਨਸ਼ਧਾਰੀ ਵੱਡੇ ਵੱਡੇ ਯੋਧਿਆਂ ਦੀ ਹੈਂਕੜ ਦੇ ਵਿੱਚ ਉਹ ਜਿਹੜੇ ਇਨਸਾਨ ਸੀਗੇ ਉਹ ਇਸ ਜ਼ਮੀਨ ਦੇ ਵਿੱਚ ਦਫਨ ਹੋ ਗਏ, ਦੱਬੇ ਗਏ। ਪਰ ਜਿਹੜੇ ਹੁਕਮੀ ਬੰਦੇ ਹੈਗੇ ਆ, ਜਿਹੜੇ ਪਰਮੇਸ਼ਰ ਦਾ ਹੁਕਮ ਬੁੱਝ ਲੈਂਦੇ ਆ, ਪਰਮੇਸ਼ਰ ਦੇ ਫਰਮਾਨ ਨੂੰ ਬੁੱਝ ਲੈਂਦੇ ਆ, ਉਸੇ ਫਰਮਾਨ ਦੇ ਨਾਲ ਫਿਰ ਉਹ ਆਪਣਾ ਜੋ ਜੀਵਨ ਦੀ ਕਿਰਿਆ ਹੈਗੀ ਆ ਉਹਨੂੰ ਉਸੇ ਢੰਗ ਨਾਲ ਚਲਾਉਂਦੇ ਆ। ਸੋ ਹੁਕਮ ਮੰਨਣ ਵਾਲੇ ਜਿਹੜੇ ਪ੍ਰਾਣੀ ਹੈਗੇ ਉਹ ਸਰਵੱਗ ਹੁੰਦੇ ਆ। ਅਤੇ ਇਹ ਜਿਹੜੇ ਸਰਵੱਗ ਹੁੰਦੇ ਆ ਨਾ, ਇਹ ਸਰਵੱਗ ਪ੍ਰਾਣੀ ਜਿਹੜੇ ਹੈ ਇਹ ਸਦਾ ਹੀ ਨਿਰਲੇਪ ਰਹਿੰਦੇ ਹੈ। ਭਾਵ ਕੀ ਆ, ਸਭ ਚੀਜ਼ ਦੇ ਮਾਲਕ ਹੁੰਦੇ ਹੋ ਵੀ, ਸਭ ਕਲਾ ਦੇ ਗਿਆਤਾ ਹੁੰਦੇ ਹੋ ਵੀ, ਸਭ ਗੁਣਾਂ ਦੇ ਵਿੱਚ ਸ੍ਰੇਸ਼ਟ ਹੁੰਦੇ ਹੋਏ ਵੀ ਉਹ ਆਪਣੇ ਆਪ ਨੂੰ ਜਣਾਉਂਦੇ ਨਹੀਂ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਮਰਪਣ ਕੀਤਾ ਹੁੰਦਾ, ਆਪਣੇ ਆਪ ਨੂੰ ਗਵਾਇਆ ਹੁੰਦਾ। ਅਸਲ ਦੇ ਵਿੱਚ ਉਹ ਨਾਮ ਜਪਦੇ ਜਪਦੇ ਨਾਮੇ ਦਾ ਰੂਪ ਹੋ ਜਾਂਦੇ। ਜਿਵੇਂ ਨਾਮ ਤੋਂ ਮੁਰਾਦ ਹੈ ਕਿ ਨਾ ਮੈਂ, ਆਪਣੀ ਮੈਂ ਜਿਹੜੀ ਹੈ ਨਾ ਉਹ ਸਦਾ ਲਈ ਖਤਮ ਕਰ ਦਿੰਦੇ ਹੈ ਅਤੇ ਕੇਵਲ ਤੂੰ ਹੀ ਪਰਮੇਸ਼ਰ ਰਹਿ ਜਾਂਦਾ ਹੈਗਾ। ਸੋ ਜਿਵੇਂ ਬਾਣੀ ਨੇ, ਕਬੀਰ ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਜਦੋਂ ਕਹਿੰਦੇ ਫਿਰ ਹਰੇਕ ਚੀਜ਼ ਮਿਟ ਜਾਂਦੀ ਹੈ ਅਤੇ ਜਿੱਧਰ ਵੀ ਉਹ ਦੇਖਦਾ ਹੈ ਨਾ, ਸੋ ਉਹਨੂੰ ਕੇਵਲ ਅਤੇ ਕੇਵਲ ਪਰਮੇਸ਼ਰ ਹੀ ਨਜ਼ਰ ਆਉਂਦਾ। ਜੇ ਉਹ ਆਪਣੇ ਆਪ ਨੂੰ ਦੇਖਦਾ ਹੈਗਾ ਤਾਂ ਵੀ ਆਪਣੇ ਆਪ ਦੇ ਰੂਪ ਦੇ ਵਿੱਚ ਉਹ ਪਰਮੇਸ਼ਰ ਨੂੰ ਹੀ ਤੱਕਦਾ ਹੈਗਾ। ਸੋ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਕਿਹਾ ਹੈਗਾ, ਕਬੀਰ ਐਸਾ ਕੋ ਨਹੀਂ, ਇਹ ਤਨ ਦੇਵੇ ਫੂਕ, ਅੰਧਾ ਲੋਗ ਨਾ ਜਾਣ ਹੀ ਰਹੋ ਕਬੀਰਾ ਕੂਕ। ਕਹਿੰਦੇ ਐਸਾ ਕੋਈ ਸੂਰਮਾ ਨਹੀਂ ਹੈ ਜਿਹੜਾ ਇਸ ਤਨ ਨੂੰ ਫੂਕ ਦਵੇ, ਆਪਣੀ ਹੋਂ ਨੂੰ, ਆਪਣੀ ਮੈਂ ਨੂੰ ਮਿਟਾ ਦਵੇ ਨਾਮ ਜਪ ਜਪ ਕੇ। ਅਤੇ ਨਾਮ ਤੋਂ ਮੁਰਾਦ ਹੈ ਨਾ ਮੈਂ, ਆਪਣੀ ਜਿਹੜੀ ਮੈਂ ਹੈ ਉਹਨੂੰ ਖਤਮ ਕਰ ਦੇਵੇ, ਕੇਵਲ ਅਤੇ ਕੇਵਲ ਤੂੰ ਲਿਆ ਦੇਵੇ, ਜਾਂ ਇਉਂ ਕਹਿ ਲਓ ਕਿ ਸ਼ੁੱਧ ਮੈਂ ਉਹਦੇ ਅੰਦਰ ਪ੍ਰਗਟ ਹੋਣੀ ਚਾਹੀਦੀ। ਸੋ ਇਹ ਜਿਹੜੀ ਸ਼ੁੱਧ ਮੈਂ ਹੈ ਨਾ, ਇਹ ਹੀ ਤੂੰ ਦਾ ਸਰੂਪ ਹੁੰਦੀ ਹੈ। ਪਰ ਮਹਾਰਾਜ ਕਹਿੰਦੇ ਆ ਕਿ ਅੰਧਾ ਲੋਕ ਨਾ ਜਾਣ ਹੀ, ਕਿ ਦੇਖੋ ਕਹਿੰਦੇ ਸੰਸਾਰੀ ਲੋਕ ਜਿਹੜੀ ਮਾਇਆ ਦੀ ਪਕੜ ਦੇ ਵਿੱਚ ਅੰਨੇ ਆ, ਜਿਨ੍ਹਾਂ ਨੂੰ ਇਸ ਚੀਜ਼ ਦਾ ਗਿਆਨ ਹੀ ਨਹੀਂ ਹੈਗਾ, ਕਹਿੰਦੇ ਫਿਰ ਦੱਸੋ ਉਹਦਾ ਲੋਕਾਂ ਦਾ ਅਸੀਂ ਕੀ ਕਰ ਸਕਦੇ ਹਾਂ। ਭਾਵ ਉਹਨਾਂ ਵਾਸਤੇ ਕੁਛ ਨਹੀਂ ਹੋ ਸਕਦਾ। ਰਹੋ ਕਬੀਰਾ ਕੂਕ। ਪਰ ਕਬੀਰ ਸਾਹਿਬ ਕਹਿੰਦੇ ਉੱਚੀ ਉੱਚੀ ਦਹਾਈ ਪੈ ਕੇ ਜਿਹੜਾ ਹੈਗਾ ਇਹ ਸੁਨੇਹਾ ਦੇ ਰਿਹਾ ਕਿ ਭਾਈ ਪਰਮਾਤਮਾ ਦੇ ਹੁਕਮ ਨੂੰ ਪਛਾਣੋ, ਹੁਕਮ ਪਛਾਣੇ ਸੋ ਬੰਦਾ ਹੋਏ। ਕਹਿੰਦੇ ਜਿਹੜਾ ਹੁਕਮ ਪਛਾਣਦਾ ਅਸਲ ਦੇ ਵਿੱਚ ਉਹੀ ਬੰਦਾ ਹੈਗਾ, ਉਹੀ ਬੰਦਗੀ ਦੇ ਕਾਬਲ ਹੈਗਾ, ਉਹੀ ਬੰਦਾ ਪਰਮੇਸ਼ਰ ਨੂੰ ਭਾਉਂਦਾ ਹੈਗਾ, ਉਹੀ ਵਾਹਿਗੁਰੂ ਦਾ ਦਾਸ ਹੈਗਾ, ਗੁਲਾਮ ਹੈਗਾ। ਸੋ ਹੁਕਮ ਬੁੱਝਣਾ ਜ਼ਰੂਰੀ ਹੈ, ਅਤੇ ਹੁਕਮ ਤਦੇ ਹੀ ਬੁੱਝਿਆ ਜਾ ਸਕਦਾ ਹੈਗਾ ਜਦੋਂ ਆਦਮੀ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜੇਗਾ, ਨਾਮ ਦੀ ਕਮਾਈ ਕਰੇਗਾ, ਨਾਮ ਨੂੰ ਜਪੇਗਾ। ਅਤੇ ਇੱਕ ਦਿਨ ਫਿਰ ਉਹ ਨਾਮ ਜਪਦਾ ਜਪਦਾ ਨਾਮੇ ਦਾ ਹੀ ਰੂਪ ਹੋ ਜਾਏਗਾ। ਫਿਰ ਉਹ ਹੁਕਮ ਨੂੰ ਬੁੱਝੇਗਾ। ਜਦ ਹੁਕਮ ਨੂੰ ਉਹ ਬੁੱਝ ਲਏਗਾ, ਫਿਰ ਹੁਕਮ ਦੇ ਉੱਤੇ ਚੱਲੇਗਾ, ਤਾਂ ਫਿਰ ਹੀ ਉਹਨੂੰ ਪਰਮ ਪਦ ਦੀ ਪ੍ਰਾਪਤੀ ਹੋਊਗੀ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।